ਪ੍ਰਚਾਰਕ ਸੁਚੇਤਨਾ ਸਥਾਨ ਦੇ ਸਾਰੇ ਗੁਰੂ ਪਿਆਰਿਆਂ ਨੂੰ ਗੁਰੂ ਬਖਸ਼ਿਸ਼ ਫਤਿਹ ਅਰਜ਼ ਕਰ ਰਿਹਾ। ਨਛੱਤਰ ਸਿੰਘ ਪਾਂਬੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਹਿੱਸੇ ਜੋ ਸੇਵਾ ਆਈ ਹੈ ਤੇ ਇਸ ਨੂੰ ਸਾਰੇ ਰਲ ਕੇ ਵਿਚਾਰਨ ਦਾ ਯਤਨ ਕਰਦੇ ਹਾਂ। ਮਹਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ। ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ। ਕੀਤੇ ਨੱਚੇ ਮੰਗ ਤੇ, ਗੇੜ ਮੋੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ। ਗਾਵੇਂ ਰਾਜੇ ਰਾਣੀਆਂ, ਬੋਲੇ ਆਲ ਪਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਜੇਤ ਤਨ ਪਾਈਏ ਨਾਨਕਾ, ਸੇ ਤਨ ਹੋਵੇਂ ਸ਼ਾਰ। ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ। ਕਰਮ ਮਿਲੇ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਤੋ ਜਿਵੇਂ ਪਹਿਲਾਂ ਵੀ ਸਤਿਕਾਰਤ ਵੀਰਾਂ ਨੇ ਇਸ ਪੌੜੀ ਨਾਲ ਸੰਬੰਧਿਤ ਸ਼ਲੋਕ ਵਿਚਾਰੇ ਆ। ਗੱਲ ਚੱਲ ਰਹੀ ਹੈ ਸਮੁੱਚੀ ਪੌੜੀ ਦੇ ਵਿੱਚ ਵੀ ਜੇ ਅਸੀਂ ਮਾਲਕ ਦੀ ਰਜ਼ਾ ਨੂੰ ਸਮਝੀਏ, ਮਾਲਕ ਦੀ ਬਖਸ਼ਿਸ਼ ਨੂੰ ਸਮਝੀਏ ਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ, ਤਾਂ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਮਨੁੱਖ ਵੀ ਨਿਰਭਉ ਨਿਰਵੈਰ ਹੋ ਕੇ ਸੰਸਾਰ ਵਿੱਚ ਜ਼ਿੰਦਗੀ ਜਿਉਂਦਾ ਹੈ। ਪਰ ਜਿੰਨਾ ਚਿਰ ਤੱਕ ਅਸੀਂ ਉਸ ਕਰਤੇ ਨਾਲ ਨਹੀਂ ਜੁੜਦੇ ਜਿਹੜਾ ਆਪ ਨਿਰਭਉ ਤੇ ਨਿਰਵੈਰ ਹੈ, ਉਹਨਾਂ ਚਿਰ ਤੱਕ ਅਸੀਂ ਵੀ ਭਉ ਵਿੱਚ ਤੇ ਵੈਰ ਵਿੱਚ ਹੀ ਜ਼ਿੰਦਗੀ ਨੂੰ ਜਿਉਂਦੇ ਹਾਂ, ਜੋ ਕਿ ਸਮੁੱਚਾ ਸਮਾਜ ਇਸ ਦੀ ਪੀੜਾ ਸਹਾਰ ਰਿਹਾ। ਨਿੱਕੀਆਂ ਨਿੱਕੀਆਂ ਗੱਲਾਂ ਦੇ ਵੈਰ ਵਿਰੋਧ, ਈਰਖਾਵਾਂ, ਨਫ਼ਰਤ ਸਮਾਜ ਵਿੱਚ ਸਾਨੂੰ ਆਮ ਵੇਖਣ ਨੂੰ ਮਿਲਦੀ ਹੈ। ਗੁਰਮਤ ਦਾ ਗਿਆਨ, ਗੁਰੂ ਦੀ ਸਿੱਖਿਆ ਸਾਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਬਾਹਰ ਕੱਢ ਕੇ ਗੁਰੂ ਦੀ ਰੌਸ਼ਨੀ ਵਿੱਚ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਆ, ਜਿਹੜੀ ਸਮਝ ਆ, ਉਹ ਸਤਿਗੁਰਾਂ ਦੀ ਬਾਣੀ ਸਾਨੂੰ ਦਿੰਦੀ ਹੈ। ਸੋ ਜਦੋਂ ਗੱਲ ਚੱਲ ਰਹੀ ਸੀ ਪਿਛਲਿਆਂ ਸਲੋਕਾਂ ਵਿੱਚ ਵੀ ਸਾਰਾ ਕੁਛ ਡਰ ਵਿੱਚ ਆ, ਸਾਰਾ ਕੁਛ ਰੱਬ ਦੇ ਭੈ ਵਿੱਚ ਚੱਲਦਾ, ਤੇ ਉੱਥੇ ਗੁਰੂ ਸਾਹਿਬ ਜੀ ਨੇ ਫਿਰ ਇਹ ਗੱਲ ਵੀ ਸਾਡੇ ਸਾਹਮਣੇ ਸਪਸ਼ਟ ਰੂਪ ਵਿੱਚ ਲਿਆਂਦੀ ਵੀ ਜਿਹੜੀਆਂ ਚੀਜ਼ਾਂ ਨੂੰ ਲੋਕਾਂ ਨੇ ਜਾਂ ਜਿਹੜੇ ਮਨੁੱਖਾਂ ਨੂੰ ਜਾਂ ਜਿਹੜੇ ਇਨਸਾਨਾਂ ਨੂੰ ਭਗਵਾਨ ਮੰਨ ਲਿਆ, ਇਹ ਭਗਵਾਨ ਨਹੀਂ ਭਾਈ, ਇਹ ਵੀ ਰੱਬ ਦੇ ਭੈ ਵਿੱਚ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਹੀ ਰਾਜੇ ਰਾਣੀਆਂ ਅਖਵਾਉਣ ਵਾਲੇ ਜੁਗਾਂ ਜੁਗਾਂ ਕੇ ਰਾਜੇ ਕੀਏ, ਗਾਵੇਂ ਕਰ ਅਵਤਾਰੀ। ਗੁਰੂ ਸਾਹਿਬ ਜੀ ਦਾ ਸਿਧਾਂਤ ਬਾਣੀ ਵਿੱਚ ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਆ। ਸੋ ਇਹ ਪਾਵਨ ਸਲੋਕ ਜਦੋਂ ਆਪਾਂ ਵਿਚਾਰਾਂਗੇ ਇਹਨੂੰ ਨਾਲ ਨਾਲ ਉਸੇ ਸੰਦਰਭ ਵਿੱਚ, ਤਾਂ ਸਤਿਗੁਰੂ ਜੀ ਕਹਿੰਦੇ ਆ ਵੀ ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ। ਹੇ ਨਾਨਕ, ਇੱਕ ਨਿਰੰਕਾਰ ਹੀ ਭੈ ਰਹਿਤ ਹੈ, ਡਰ ਤੋਂ ਰਹਿਤ ਆ, ਜਿਹੜਾ ਜਿਹਨੂੰ ਕਿਸੇ ਦਾ ਡਰ ਨਹੀਂ ਤਾਂ ਅਵਤਾਰੀ ਰਾਮ ਜਿਹੜਾ ਆ, ਇਹਦੇ ਵਰਗੇ ਕਈ ਹੋਰ ਉਸ ਨਿਰੰਕਾਰ ਦੇ ਸਾਹਮਣੇ ਮਿੱਟੀ ਘਟਾ ਆ। ਰਵਾਲ ਮਤਲਬ ਮਿੱਟੀ, ਕੁਛ ਵੀ ਨਹੀਂ, ਇਹਨਾਂ ਦੀ ਕੋਈ ਅਹਿਮੀਅਤ ਨਹੀਂ। ਹੁਣ ਇਹ ਗੱਲ ਜ਼ਰੂਰ ਧਿਆਨ ਨਾਲ ਸਮਝੋ ਵੀ ਜਿਹੜੇ ਬੰਦੇ ਇਹ ਦਾਅਵੇ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰਾਮ ਨੂੰ ਇੰਨੀ ਵਾਰ ਸ਼ਬਦ ਨਾਲ ਸੰਬੋਧਨ ਕੀਤਾ ਗਿਆ, ਉਹ ਧਿਆਨ ਨਾਲ ਸਮਝੀਏ। ਬਾਣੀ 'ਚ ਰਾਮ ਸ਼ਬਦ ਜਦੋਂ ਰਮੇ ਹੋਏ ਪਰਮਾਤਮਾ ਲਈ ਆਉਂਦਾ ਤਾਂ ਉਹ ਹੋਰ ਸੰਦਰਭ ਵਿੱਚ ਹੈ, ਜਦੋਂ ਦਸ਼ਰਥ ਦੇ ਪੁੱਤਰ ਰਾਮ ਲਈ ਆਉਂਦਾ ਤਾਂ ਉਹ ਹੋਰ ਸੰਦਰਭ ਵਿੱਚ ਹੈ। ਉਹਨੂੰ ਮਿਕਸਅਪ ਨਾ ਕਰੀਏ, ਉਹਨੂੰ ਨਿਖੇੜ ਕੇ ਪੜ੍ਹਨ ਦਾ ਯਤਨ ਆਪਾਂ ਸਾਰੇ ਜਿਹੜੇ ਆ ਉਹ ਕਰੀਏ, ਤੇ ਫਿਰ ਉਹ ਫੈਸਲਾ ਹੋਊਗਾ ਵੀ ਅਸਲ 'ਚ ਗੱਲ ਗੁਰਮਤਿ ਹੈ ਕੀ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਵੀ ਇੱਦਾਂ ਦੇ ਤਾਂ ਪਤਾ ਨਹੀਂ ਕਿੰਨੇ ਹੋਰ ਨੇ। ਸੋ ਇਹਨਾਂ ਨੂੰ ਰੱਬ ਦੇ ਬਰਾਬਰ ਸਮਝਣਾ ਜਾਂ ਇਹਨਾਂ ਨੂੰ ਰੱਬ ਸਮਝਣਾ ਅਗਿਆਨਤਾ ਭਰਿਆ ਕਰਮ ਹੋਊਗਾ, ਕਿਉਂਕਿ ਇਹ ਵੀ ਆਮ ਇਨਸਾਨਾਂ ਵਾਂਗ ਭੈ ਹੇਠ ਹੀ ਜ਼ਿੰਦਗੀ ਜਿਉਂਦੇ ਆ। ਸਤਿਗੁਰੂ ਜੀ ਫਿਰ ਕਹਿੰਦੇ ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ। ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਮਝ ਦੇ ਮੁਕਾਬਲੇ ਤੇ ਕ੍ਰਿਸ਼ਨ ਦੀਆਂ ਸਾਖੀਆਂ, ਵੇਦਾਂ ਦੀ ਵਿਚਾਰ, ਇਹ ਵੀ ਤੁੱਛ ਆ। ਹੁਣ ਜਿਵੇਂ ਸਾਨੂੰ ਕਿਤੇ ਕਿਤੇ ਭਰਮ ਨਹੀਂ ਪੈਂਦਾ ਵੀ ਧਰਮ ਗ੍ਰੰਥ ਸਾਰੇ ਇੱਕੋ ਜਿਹੇ ਹੁੰਦੇ ਆ, ਨਹੀਂ ਭਾਈ, ਇੱਕੋ ਜਿਹੇ ਨਹੀਂ ਹੁੰਦੇ। ਧਰਮ ਗ੍ਰੰਥ ਸਾਰੇ ਇੱਕੋ ਜਿਹੇ ਹੁੰਦੇ ਆ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੇਸ਼ਟਤਾ ਕੀ ਰਹਿ ਗਈ? ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਕੀ ਰਹਿ ਗਈ? ਇਹ ਇੱਦਾਂ ਵਾ ਜਿਵੇਂ ਅਸੀਂ ਕੋਈ ਬੰਦਾ ਕਿਸੇ ਮਾਰਕੀਟ ਵਿੱਚ ਮਰੂਤੀ ਗੱਡੀ ਨੂੰ
BMW ਦੇ ਲਾਗੇ ਖੁਲਾਰ ਕੇ ਕਵੇ ਗੱਡੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ, ਉਹਨੂੰ ਕੌਣ ਦੱਸੇ ਵੀ ਹਾਂ ਇੱਕੋ ਜਿਹੀਆਂ ਹੁੰਦੀਆਂ, 4 ਟਾਇਰ ਹੁੰਦੇ ਆ ਗੱਡੀਆਂ 'ਚ, ਸਟੀਅਰਿੰਗ ਇੱਕੋ ਜਿਹਾ ਹੁੰਦਾ, ਪਰ ਉਹਨਾਂ ਗੱਡੀਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਗੁਰਮਤ ਦੀ ਗੱਲ ਅਸੀਂ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਭਾਵੇਂ ਕ੍ਰਿਸ਼ਨ ਦੀਆਂ ਕਹਾਣੀਆਂ ਹੋਣ, ਭਾਵੇਂ ਵੇਦਾਂ ਦੇ ਵਿਚਾਰ ਹੋਣ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਜਿਹੜਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਰਹੀ ਆ ਉਹਦੇ ਮੁਕਾਬਲੇ ਤੇ ਤੁੱਛ ਨੇ। ਰੱਬ ਦੇ ਗਿਆਨ ਦੇ ਮੁਕਾਬਲੇ ਤੇ ਸਾਰੀਆਂ ਚੀਜ਼ਾਂ ਤੁੱਛ ਆ। ਕਿਤੇ ਨੱਚੇ ਮੰਗਤੇ ਗੇੜ ਮੁੜ ਪੂਰੇ ਤਾਲ, ਕਿੰਨੇ ਹੀ ਮੰਗਤਿਆਂ ਦੇ ਰੂਪ ਵਿੱਚ ਨੱਚ ਕੇ ਸਾਡੇ ਬੂਹਿਆਂ ਤੇ ਗਾੜੀ, ਆਮ ਕਰਕੇ ਤੁਸੀਂ ਵੇਖਦੇ ਹੋ ਵੀ ਰੱਬ ਇੱਦਾਂ ਨੱਚਣ ਨਾਲ ਖੁਸ਼ ਹੋ ਜਾਂਦਾ। ਹਾਲਾਂਕਿ ਇਹ ਬਿਮਾਰੀ ਹੌਲੀ ਹੌਲੀ ਸਾਡੇ 'ਚ ਵੀ ਆ ਗਈ। ਨਗਰ ਕੀਰਤਨਾਂ ਦੇ ਸਾਹਮਣੇ ਬੈਂਡ ਬਾਜਿਆਂ ਦਾ ਆ ਜਾਣਾ, ਇਹ ਉਹੀ ਸਾਰਾ ਕੁਛ ਆ ਜਿਹੜੇ ਕਰਮ 'ਚੋਂ ਸਤਿਗੁਰੂ ਜੀ ਨੇ ਸਾਨੂੰ ਕੱਢਣ ਦਾ ਯਤਨ ਕੀਤਾ। ਸੋ ਨਗਰ ਕੀਰਤਨ ਦੇ ਸਾਹਮਣੇ ਸ਼ਬਦ, ਗੁਰਬਾਣੀ, ਸ਼ਬਦ ਦੀ ਵਿਚਾਰ ਤੇ ਮਹਾਨਤਾ ਰੱਖ ਸਕਦੀ ਹੈ, ਪਰ ਕਿਸੇ ਤਰ੍ਹਾਂ ਦਾ ਖਾਸ ਬੈਂਡ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਤੇ ਉਸ ਤਰ੍ਹਾਂ ਦਾ ਨਾਚ ਗਾਣਿਆਂ ਦਾ ਸਿਲਸਿਲਾ ਬਣਾ ਲੈਣਾ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਪੰਕਤੀਆਂ ਵੀ ਕਈ ਵਾਰ ਟੇਕ ਬਣਾ ਲਈਆਂ ਜਾਂਦੀਆਂ। ਅਸੀਂ ਇੱਕ ਵਾਰ ਕਲਕੱਤੇ ਸੀ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਦੋਂ ਇਸ ਤਰ੍ਹਾਂ ਦਾ ਨਾਚ ਗਾਣਾ ਚੱਲਦਾ ਦਾ ਜ਼ਿਕਰ ਅਸੀਂ ਕੀਤਾ ਤਾਂ ਉੱਥੇ ਇੱਕ ਵੀਰ ਕਹਿੰਦਾ ਜੀ ਬਾਣੀ 'ਚ ਵੀ ਲਿਖਿਆ ਨਾਚ ਰੇ ਮਨ ਗੁਰ ਕੇ ਆਗੇ। ਹੁਣ ਉਹਨੂੰ ਕੌਣ ਦੱਸੇ ਵੀ ਨਾਚ ਰੇ ਮਨ ਗੁਰ ਕੇ ਆਗੇ ਦਾ ਮਤਲਬ ਇਹ ਥੋੜ੍ਹੀ ਆ ਵੀ ਕੱਲ੍ਹ ਨੂੰ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਣ ਕੇ ਭੰਗੜਾ ਪਾਉਣ ਲੱਗ ਪਣਗੇ, ਗਿੱਧਾ ਪਾਉਣ ਲੱਗ ਪਣਗੇ। ਸੋ ਇਹ ਸਾਡਾ ਕਰਮ ਹੈ ਹੀ ਨਹੀਂ ਅਸਲ ਵਿੱਚ। ਤਾਂ ਸਤਿਗੁਰੂ ਜੀ ਕਹਿੰਦੇ ਵੀ ਉਸ ਗਿਆਨ, ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ। ਗੇੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ। ਸੋ ਕਿੰਨੇ ਤਰ੍ਹਾਂ ਦੇ ਰਾਸ ਧਾਰੀਏ, ਤਰ੍ਹਾਂ ਦੇ ਰੂਪ ਧਾਰਨ ਕਰਕੇ ਰਾਸ ਲੀਲਾ ਪਾਉਂਦੇ ਤੇ ਉਹਨਾਂ ਰਾਸ ਲੀਲਾ ਦੇ ਵਿੱਚ ਲੋਕ ਜਾ ਕੇ ਤੇ ਉਸ ਰਾਸ ਲੀਲਾ ਨੂੰ ਭਗਵਾਨ ਦੀ ਲੀਲਾ ਮੰਨਣ ਲੱਗ ਪੈਂਦੇ। ਸੋ ਇਹ ਜਿਹੜਾ ਫੋਕਟ ਦਾ ਕਰਮ ਆ ਸਾਡੇ ਸਮਾਜ ਵਿੱਚ ਬੜੀ ਬੁਰੀ ਤਰ੍ਹਾਂ ਨਾਲ ਪ੍ਰਧਾਨ ਹੋ ਗਿਆ। ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਕੇ ਤੁਸੀਂ ਅੱਜ ਵੀ ਵੇਖੋਗੇ ਕਈ ਥਾਵਾਂ ਤੇ ਜਦੋਂ ਭਗਵਾਨ ਦੀ ਲੀਲਾ ਕਰਨ ਦੀਆਂ ਗੱਲਾਂ ਚੱਲਦੀਆਂ ਵਾ ਤਾਂ ਰਾਜਿਆਂ ਦਾ ਜਾਂ ਉਹਨਾਂ ਸਾਰੇ ਰੂਪ ਧਾਰਨ ਕਰਕੇ ਲੋਕ ਉੱਦਾਂ ਦੇ ਕਰਮ ਕਰਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਇਹਨਾਂ ਸਾਰੇ ਕਰਮਾਂ ਤੋਂ ਸਾਨੂੰ ਵਰਜਿਆ। ਮਹਾਰਾਜ ਕਹਿੰਦੇ ਕਿੰਨੇ ਹੀ ਰਾਜੇ ਰਾਣੀਆਂ ਇੱਦਾਂ ਰੂਪ ਧਾਰ ਕੇ ਨੱਚਦੇ ਗਾਉਂਦੇ ਭੰਗੜੇ ਪਾਉਂਦੇ ਤੇ ਉਸ ਤਰ੍ਹਾਂ ਦੇ ਕਰਮ ਜਿਹੜੇ ਆ ਉਹ ਕਰਦੇ ਆ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਕੀਮਤੀ ਗਲਾਂ ਵਿੱਚ ਹਾਰ ਪਾ ਕੇ ਭਾਵੇਂ ਉਹ ਨਕਲੀ ਕਿਉਂ ਨਾ ਹੋਣ, ਪਰ ਸਮਾਜ ਦਾ ਇੱਕ ਢਾਂਚਾ ਜਿਹੜਾ ਵਾ ਉਹ ਰੱਬ ਦਾ ਭਰਮ ਪਾਉਣ ਦਾ ਯਤਨ ਇਸ ਤਰ੍ਹਾਂ ਕਰਦੇ ਆ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ, ਜਿਸ ਤਨ ਤੇ ਇਹ ਸਾਰਾ ਕੁਝ ਪਾਇਆ ਜਾ ਰਿਹਾ ਹੈ ਨਾਨਕ, ਸੇ ਤਨ ਹੋਵੇਂ ਸ਼ਾਰ। ਜਿਹੜੇ ਤਨ ਤੇ ਕੀਮਤੀ ਗਹਿਣੇ ਪਾ ਕੇ ਔਰ ਤਰ੍ਹਾਂ ਦੇ ਰਾਸ ਧਾਰੀਆਂ ਨੇ ਰਾਸਾਂ ਕਰਕੇ ਇਹ ਭਰਮ ਪਾਲਿਆ ਵੀ ਅਸੀਂ ਭਗਵਾਨ ਆ। ਸਤਿਗੁਰੂ ਜੀ ਕਹਿੰਦੇ ਉਹ ਤਨ ਤਾਂ ਸ਼ਾਰ ਹੋ ਗਏ, ਸਵਾਹ ਹੋ ਗਏ, ਮਿਟ ਗਏ, ਖਤਮ ਹੋ ਗਏ, ਉਹ ਤਾਂ ਦੇਸੀ ਨਹੀਂ ਰਹੇ, ਕਿਤੇ ਨਜ਼ਰ ਹੀ ਨਹੀਂ ਆ ਰਹੇ। ਸੋ ਇਸ ਤਰ੍ਹਾਂ ਇਹ ਨਹੀਂ ਵੀ ਜਿਹੜੇ ਰਾਸਧਾਰੀਏ ਮੁੱਕ ਗਏ ਤਾਂ ਹੌਲੀ ਹੌਲੀ ਵੇਖੋ ਵੀ ਉਹ ਸਾਰਾ ਸਿਲਸਿਲਾ ਕਿਸ ਬੰਨੇ ਨੂੰ ਜਾਊਗਾ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਰਾ ਕੁਝ ਕਰਮ ਤਾਂ ਇੱਕ ਹੋ ਸਕਦਾ, ਪਰ ਇਹ ਭਗਵਾਨ ਦੀ ਗੱਲ, ਇਹ ਰੱਬ ਦੀ ਗੱਲ, ਪ੍ਰਮਾਤਮਾ ਦੀ ਗੱਲ ਮਿੱਤਰੋ ਨਹੀਂ ਹੈਗੀ। ਗਿਆਨ ਨਾ ਗੱਲੀ ਢੂੰਡੀਐ, ਗਿਆਨ ਗੱਲਾਂ ਨਾਲ ਨਹੀਂ ਹੁੰਦਾ। ਵੇਖੋ ਗੱਲੀ ਜੇ ਸ਼ਾਹ ਪਾਈਏ ਤੋਤਾ ਕਿਉਂ ਫਾਸੇ। ਭਾਈ ਗੁਰਦਾਸ ਜੀ ਕਹਿੰਦੇ ਜੇ ਸਿਰਫ ਗੱਲਾਂ ਨਾਲ ਰੱਬ ਮਿਲਦਾ ਹੁੰਦਾ ਤੇ ਤੋਤਾ ਕਦੀ ਪਿੰਜਰੇ 'ਚ ਨਾ ਪੈਂਦਾ। ਸੋ ਗੱਲਾਂ ਕਰ ਲੈਣੀਆਂ ਜਾਂ ਗੱਲਾਂ ਆ ਜਾਣੀਆਂ ਗਿਆਨ ਦੀਆਂ, ਇਹ ਅਲੱਗ ਵਿਸ਼ਾ ਵਾ, ਪਰ ਗਿਆਨ ਨੂੰ ਜੀਵਨ ਦਾ ਹਿੱਸਾ ਬਣਾ ਲੈਣਾ ਇਹ ਇੱਕ ਅਲੱਗ ਵਿਸ਼ਾ ਆ। ਸਤਿਗੁਰਾਂ ਨੇ ਕਿਹਾ ਵੀ ਗੱਲਾਂ ਨਾਲ ਰੱਬ ਨਹੀਂ ਮਿਲਦਾ। ਗੱਲਾਂ ਦੇ ਭਾਰ ਅਸੀਂ ਬਹੁਤੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਉਹ ਚੁੱਕੀ ਫਿਰਦੇ ਹਾਂ। ਸਤਿਗੁਰੂ ਜੀ ਬਾਣੀ 'ਚ ਕਹਿੰਦੇ ਗੱਲੀ ਜੋਗ ਨਾ ਹੋਏ, ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਏ। ਗੱਲਾਂ ਨਾਲ ਰੱਬ ਨਾਲ ਮਿਲਾਪ ਨਹੀਂ ਹੁੰਦਾ। ਰੱਬ ਨਾਲ ਮਿਲਾਪ ਕਰਨ ਵਾਸਤੇ ਸਾਨੂੰ ਸਾਰਿਆਂ ਨਾਲ ਇੱਕੋ ਜਿਹਾ ਨਜ਼ਰੀਆ, ਊਚ ਨੀਚ ਦਾ ਭੇਦ ਭਾਵ, ਅਮੀਰੀ ਗਰੀਬੀ ਦਾ ਭੇਦ ਭਾਵ, ਵੱਡੇ ਛੋਟੇ ਦਾ ਭੇਦ ਭਾਵ, ਰੁਤਬਿਆਂ ਦਾ ਜਿਹੜਾ ਮਨਾਂ ਦੇ ਵਿੱਚ ਵਹਿਮ ਸਾਡੇ ਬੈਠਾ ਹੋਇਆ ਉਹਨੂੰ ਸਾਰਿਆਂ ਨੂੰ ਕੱਢਣਾ ਪਊਗਾ। ਮੇਰਾ ਰੁਤਬਾ ਵੱਡਾ, ਉਹਦਾ ਰੁਤਬਾ ਵੱਡਾ, ਇਹ ਰੁਤਬਾ ਮਹਾਨ ਆ, ਉਹ ਰੁਤਬਾ ਮਹਾਨ ਆ। ਅਸੀਂ ਕਿੰਨਾ ਕੁਛ ਆਪਣੇ ਆਲੇ ਦੁਆਲੇ ਵਿੱਚ ਚੁੱਕੀ ਫਿਰਦੇ ਹਾਂ। ਇਹ ਜਦੋਂ ਸਾਡੇ ਜੀਵਨ ਵਿੱਚੋਂ ਮੁੱਕੂਗਾ ਫਿਰ ਇਹ ਸਾਰੀਆਂ ਗੱਲਾਂ ਸਾਨੂੰ ਸਮਝ ਵਿੱਚ ਆਉਣਗੀਆਂ। ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ। ਇਹਨੂੰ ਕਥਨਾ, ਇਹਨੂੰ ਬਿਆਨ ਕਰਨਾ ਲੋਹੇ ਦੇ ਵਾਂਗ ਬਹੁਤ ਔਖਾ ਕੰਮ ਆ, ਸਖਤ ਕੰਮ ਆ ਵੀ ਜੇ ਕੋਈ ਸ਼ਬਦਾਂ ਨਾਲ ਬਿਆਨ ਕਰਦੇ। ਸੋ ਇਹ ਜੀਣ ਦਾ ਵਿਸ਼ਾ ਆ। ਕਰਮ ਮਿਲੇ ਤਾਂ ਪਾਈਏ,
ਹੋਰ ਹਿਕਮਤ ਹੁਕਮ ਖੁਆਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫਿਰ ਅਖੀਰ ਤੇ ਕਹਿੰਦੇ ਆ, ਗੁਰੂ ਦੀ ਬਖਸ਼ਿਸ਼ ਹੋਵੇ, ਗੁਰੂ ਦੀ ਸਮਝ ਸਾਨੂੰ ਆਵੇ, ਗੁਰੂ ਨੂੰ ਅਸੀਂ ਜਾਣਨ ਦਾ ਯਤਨ ਕਰੀਏ, ਤਾਂ ਫਿਰ ਇਹ ਚਾਰਜੋਈ ਹੋ ਸਕਦੀ ਹੈ। ਅਦਰਵਾਈਜ਼ ਹੋਰ ਹਿਕਮਤ ਆਪਣੀ ਮਰਜ਼ੀ ਨਾਲ, ਆਪਣੀ ਮੱਤ ਨਾਲ ਬਿਆਨ ਕੀਤੇ ਹੋਏ ਗਿਆਨ, ਪਾਈਆਂ ਹੋਈਆਂ ਰਾਸਾਂ ਜਾਂ ਇਸ ਤਰ੍ਹਾਂ ਦੇ ਧਾਰੇ ਹੋਏ ਭੇਖ ਸਾਨੂੰ ਰੱਬ ਨਾਲ ਨਹੀਂ ਮਿਲਾ ਸਕਦੇ। ਇਹ ਭੇਖ ਧਾਰੀਆਂ ਨੇ ਭੇਖ ਬਣਾ ਕੇ ਰੱਬ ਦੇ ਨਾਂ ਤੇ ਕਰਮ ਕਰਨ ਦਾ ਯਤਨ ਜ਼ਰੂਰ ਕੀਤਾ, ਪਰ ਇਹਨਾਂ ਨੂੰ ਰੱਬ ਨਾਲ ਮਿਲਾਪ ਜਾਂ ਰੱਬ ਦੀ ਪ੍ਰਾਪਤੀ ਨਹੀਂ ਕਿਹਾ ਜਾ ਸਕਦਾ। ਕਰਮ ਮਿਲੇ ਤਾਂ ਪਾਈ ਹੈ। ਹੋਰ ਹਿਕਮਤ ਹੁਕਮ ਖੁਆਰ, ਸਤਿਗੁਰੂ ਜੀ ਕਹਿੰਦੇ ਇਹ ਤਾਂ ਸਭ ਖੁਆਰੀ ਦੀਆਂ ਗੱਲਾਂ ਵਾ। ਇਹਦੇ ਨਾਲ ਤਾਂ ਖੁਆਰ ਹੀ ਹੋਇਆ ਜਾ ਸਕਦਾ। ਰੱਬ ਦੀ ਮਿਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ। ਮਿਹਰ ਤੋਂ ਬਿਨਾਂ ਹੋਰ ਕੀਤੀਆਂ ਹੋਈਆਂ ਚਾਰਜੋਈਆਂ, ਹੋਰ ਆਪਣੀ ਮਰਜ਼ੀ ਦੇ ਕੀਤੇ ਹੋਏ ਕਰਮ ਮਨੁੱਖ ਨੂੰ ਖੁਆਰ ਤਾਂ ਕਰਦੇ ਆ, ਉਸ ਮਾਲਕ ਦੇ ਦਰ ਨਾਲ ਪਿਆਰ ਨਹੀਂ ਪਾਉਂਦੇ। ਸੋ ਬਾਬਾ ਮਿਹਰ ਕਰੇ ਅਸੀਂ ਇਸ ਤਰ੍ਹਾਂ ਨਾਲ ਇਹ ਯਤਨ ਜਿਹੜਾ ਆ ਉਹ ਕਰੀਏ। ਜਦੋਂ ਜਦੋਂ ਬਾਣੀ ਨੂੰ ਪੜ੍ਹੀਏ ਸੁਣੀਏ ਤਾਂ ਅਸੀਂ ਆਪਣੇ ਜੀਵਨ ਵਿੱਚ ਉਹਨਾਂ ਸਾਰੇ ਸ਼ਬਦਾਂ ਨੂੰ, ਉਸ ਸਿਧਾਂਤ ਨੂੰ, ਉਸ ਵਿਚਾਰਧਾਰਾ ਨੂੰ ਵਸਾਉਣ ਦਾ ਯਤਨ ਵੀ ਕਰੀਏ। ਗੁਰੂ ਸਾਹਿਬ ਜੀ ਕਿਰਪਾ ਕਰਨ। ਧੰਨਵਾਦ ਸਾਰਿਆਂ ਦਾ। ਭੁੱਲਾਂ ਚੁੱਕਾਂ ਲਿਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।